ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ। ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ। ਹਉ ਮੈਂ ਮਾਇਆ ਸ਼ਬਦ ਜਲਾਈ, ਦਰ ਸਾਚੈ ਗੁਰ ਤੇ ਸ਼ੋਭਾ ਪਾਈ। ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ, ਅਨ ਦਿਨ ਆਨੰਦ ਹੋਵੈ ਮਨ ਮੇਰੇ। ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ, ਰਹਾ ਮਨ ਕੀ ਪ੍ਰਤੀਤ ਮਨ ਤੇ ਪਾਈ। ਪੂਰੇ ਗੁਰ ਤੇ ਸ਼ਬਦ ਬੁਝਾਈ, ਜੀਵਨ ਮਰਨ ਕੋ ਸੰਸਰ ਵੇਖੈ। ਬਾਹੁੜ ਨਾ ਮਰੈ ਨਾ ਜਮ ਪੇਖੈ, ਕਰਹੀ ਮੈਂ ਸਭ ਕੋਟ ਨਿਧਾਨ। ਸਤਿਗੁਰ ਦਿਖਾਏ ਗਿਆ ਅਭਿਮਾਨ, ਸਦ ਹੀ ਲਾਗਾ ਸਹਿਜ ਧਿਆਨ। ਅਨ ਦਿਨ ਗਾਵੈ ਏਕੋ ਨਾਮ, ਇਸ ਜੁਗ ਮੈਂ ਵਡਿਆਈ ਪਾਈ। ਪੂਰੇ ਗੁਰ ਤੇ ਨਾਮ ਧਿਆਈ, ਜਹ ਦੇਖਾ ਤਹ ਰਿਹਾ ਸਮਾਈ। ਸਦਾ ਸੁਖ ਦਾਤਾ ਕੀਮਤ ਨਹੀਂ ਪਾਈ। ਪੂਰੇ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ। ਗੁਰ ਕਾ ਸ਼ਬਦ ਅਤ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ। ਪੂਰੇ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ। ਗੁਰ ਕਾ ਸ਼ਬਦ ਅਤ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸਤਸੰਗਤ ਦਾ ਸਮਾਂ ਅਸੀਂ ਮਾਣ ਰਹੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਬਿਲਾਵਲ ਰਾਗ, ਤਿਸ ਰਾਗ ਅੰਦਰ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਮੁਕਾਮੀ ਸ਼ਬਦ ਸਾਨੂੰ ਪ੍ਰਾਪਤ ਨੇ। ਜੋ ਪਾਠ ਆਪ ਨੇ ਜਿਸ ਸ਼ਬਦ ਦਾ ਸਰਵਨ ਕੀਤਾ ਹੈ, ਇਸ ਦੀ ਤਕਰੀਰ ਬੀਤੇ ਕੱਲ੍ਹ ਪ੍ਰਾਰੰਭ ਕੀਤੀ ਸੀ। ਰਹਾਉ ਦਾ ਬੰਦ ਅਸੀਂ ਬਵਿਸਥਾਰ ਮੀਨ ਇਨ ਏ ਵੈਰੀ ਡਿਟੇਲਡ ਵੇ ਔਰ ਡਿਟੇਲਡ ਮੈਨਰਸ ਦੇ ਵਿੱਚ ਅਸੀਂ ਉਸ ਨੂੰ ਸਮਝਣ ਦਾ ਯਤਨ ਕੀਤਾ ਸੀਗਾ। ਅੱਜ ਯਤਨ ਹੋਏਗਾ ਰਹਾਉ ਦੇ ਪਦੇ ਨੂੰ ਇੱਕ ਸਰਸਰੀ ਨਜ਼ਰ ਪਾਈਏ ਅਤੇ ਉਪਰੰਤ ਰਹਿੰਦੇ ਸ਼ਬਦ ਨੂੰ ਅਸੀਂ ਵਿਵੇਚਿਤ ਕਰ ਸਕੀਏ, ਸਮਝ ਸਕੀਏ। ਬਚਨ ਪ੍ਰਾਰੰਭ ਕਰਦੇ ਹਾਂ। ਸਭ ਜ਼ਿਕਰ ਕਰ ਰਹੇ ਸੀ, ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ। ਬਾਤ ਤੇ ਬਹੁਤ ਬੇਸਿਕ ਲੈਵਲ 'ਤੇ ਕਰਨੀ ਹੋਏ ਤੇ ਮਦਰ ਨੇਚਰ ਦਾ ਜ਼ਰਰਾ ਜ਼ਰਰਾ ਹਰਕਤ ਵਿੱਚ ਹੈ। ਇਸੇ ਕਰਕੇ ਕਰਤਾ ਪੁਰਖ ਕਿਹਾ ਗਿਆ। ਉਹ ਕਰਨਹਾਰ ਹੈ, ਸਿਰਜਣਹਾਰ ਹੈ, ਬਣਾ ਰਿਹਾ ਹੈ। ਪੁਰਸ਼ਾਰਥ ਕਰਤਾਰੀ ਕੁਦਰਤ ਦਾ ਸਭ ਤੋਂ ਵੱਡਾ ਨਿਯਮ ਹੈ। ਦੇਖੋ, ਸੂਰਜ, ਧਰਤੀ, ਚੰਨ, ਤਾਰੇ, ਸਿਆਰੇ ਸਭ ਹਰਕਤ 'ਚ ਨੇ। ਦਿਨ ਰਾਤ ਵਗ ਰਹੇ ਨੇ, ਚੱਲ ਰਹੇ ਨੇ, ਤੁਰ ਰਹੇ ਨੇ।
ਫਿਰ ਇਕੱਲਾ ਇਹ ਹੀ ਨਹੀਂ ਗਾ, ਇੱਥੇ ਜਿਤਨੇ ਸਾਨੂੰ 5 ਐਲੀਮੈਂਟਸ ਦੇ ਰੂਪ ਵਿੱਚ ਜਾਂ ਉਹਨਾਂ ਦੇ ਵਿੱਚ ਰਵਨ ਕਰਦੇ ਹੋਏ ਘਟਕ ਦਿਸਦੇ ਨੇ, ਉਹ ਵੀ ਹਰ ਵਕਤ ਹਰਕਤ ਵਿੱਚ ਨੇ। ਸੋ ਜਿਹੜਾ ਸਭ ਹਰ ਸਮੇਂ ਦਾ ਉਹ ਈਕੋ ਸਿਸਟਮ ਕਹਿ ਲਓ, ਕੋਈ ਉਹ ਇਕੋਲੋਜੀ ਦਾ ਸਿਸਟਮ ਕਹਿ ਲਓ, ਚੱਲ ਰਿਹਾ ਆ, ਕੁਝ ਨਾ ਕੁਝ ਕੰਟਰੀਬਿਊਟ ਹੋ ਰਿਹਾ ਲਗਾਤਾਰ। ਬੰਦਾ ਇਹ ਵੀ ਐਨਰਜੀ ਹੈ, ਇਹ ਵੀ ਅਲਟੀਮੇਟਲੀ ਇਹਨਾਂ ਤੱਤਾਂ ਦਾ ਇੱਕ ਰੂਪ ਹੈ, ਇਹ ਵੀ ਕੰਟਰੀਬਿਊਟ ਕਰ ਰਿਹਾ ਹੈ। ਪਰ ਉਹਨੂੰ ਕੰਟਰੀਬਿਊਟ ਕਰਨ ਲੱਗਿਆ ਇਹ ਕੋਈ ਕੰਸਟਰਕਸ਼ਨ ਕਰ ਰਿਹਾ ਜਾਂ ਕੋਈ ਡਿਸਟਰਕਸ਼ਨ ਬਿਲਡ ਕਰ ਰਿਹਾ ਹੈ। ਇਹਦੇ ਵਾਸਤੇ ਕੁਦਰਤ ਨੇ ਇਹਨੂੰ ਵਿਵੇਕ ਦਿੱਤਾ, ਜੋ ਖੁਦ ਵੀ ਨਾਪ ਸਕਦਾ ਤੇ ਆਲੇ ਦੁਆਲੇ ਤੋਂ ਨਾਪੇ ਹੋਏ ਤੋਂ ਦੇਖ ਵੀ ਸਕਦਾ। ਸੋ ਜਿਹੜਾ ਕਾਜ ਆ ਉਹ ਤੇ ਹੋ ਹੀ ਰਿਹਾ ਆ ਤੇ ਹੁੰਦਾ ਰਹਿਣਾ ਆ। ਕਾਜ ਤੇ ਸਾਰੀ ਕਾਇਨਾਤ ਲੱਗੀ ਹੈ, ਸਾਰਾ ਕੁਦਰਤ ਦਾ ਇੱਕ ਇੱਕ ਰੂਪ ਲੱਗਾ ਆ। ਹੁਣ ਬੰਦਾ ਜਦੋਂ ਸਹੀ ਡਿਸਟਰੈਕਸ਼ਨ ਜਾਂ ਕੰਸਟਰਕਸ਼ਨ ਵਾਲੇ ਪਾਸੇ, ਕ੍ਰੀਏਟੀਵਿਟੀ ਜਾਂ ਡਿਸਟਰਬੈਂਸ ਵਾਲੇ ਪਾਸੇ ਵਾਲੇ ਵਕਤ ਦੇ ਨਾਲ ਪੋਜੈਸ਼ਨ ਤੇ ਜਿਹੜੀਆਂ ਉਹਦੀਆਂ ਪੋਜੀਸ਼ਨਸ ਨੇ ਇਹ ਵੀ ਚੇਂਜ ਹੋਣਗੀਆਂ, ਬਦਲਣਗੀਆਂ। ਪਰ ਗੱਲ ਇਹ ਹੈ, ਬੰਦੇ ਨੂੰ ਜਦੋਂ ਨਾਪਿਆ ਜਾਏ ਉਹਦੀ ਕੌਨਸ਼ੀਅਸ ਦੇ ਲੈਵਲ 'ਤੇ, ਐਥੀਕਲੀ ਬੈਂਕਰਪਟ ਤਾਂ ਨਹੀਂ ਹੋ ਗਿਆ ਕਿਤੇ, ਇਹ ਦੇਖਣ ਵਾਲੀ ਗੱਲ ਹੋਏਗੀ। ਔਨ ਦ ਬਿਹਾਫ ਆਫ ਯੂਨੀਵਰਸਲ ਪ੍ਰਿੰਸੀਪਲਸ ਕਿੱਥੇ ਖੜਾ ਆ? ਕਿਤੇ ਬੰਦੇ ਨੇ ਬਹੁਤਾ ਨਾਮ ਕਮਾਉਂਦਿਆਂ ਜੀਵਨ ਦਾ ਸੱਚ ਤੇ ਨਹੀਂ ਗਵਾ ਦਿੱਤਾ। ਆਹ ਜਿਹੜੀ ਚੀਜ਼ ਆ, ਤੇ ਇਹ ਹੁਣ ਤੇ ਲੱਗਦਾ ਫਿਲਾਸਫੀਕਲ ਗੱਲਾਂ ਲੱਗਦੀਆਂ, ਬੜੀਆਂ ਵੱਡੀਆਂ ਗੱਲਾਂ ਨੇ, ਪਰ ਅਹਿਸਾਸ ਕਰਿਆ ਜੇ ਇਹ ਕਰਤਾਰੀ ਕੁਦਰਤ ਦੀ ਖੇਡ ਐਸੀ ਹੈ, ਇਹ ਸ਼ੀਸ਼ਾ ਵਿਖਾਉਂਦੀ ਇੱਕ ਦਿਨ ਆ ਕੇ। ਜਿਹਦੇ ਤੁਸੀਂ ਵਰਲਡ ਵਾਈਡ ਦੇਖੋਗੇ, ਇਹੋ ਜਿਹੇ ਕਿਤਾਬ 'ਚ ਤੁਹਾਨੂੰ ਲਿਖੇ ਮਿਲਣਗੇ, ਜਿਹਦੇ 'ਚ ਖਾਸ ਕਰਕੇ ਜਦੋਂ ਲੋਕ ਬਹੁਤ ਐਗਜ਼ਿਟ ਡੋਰ ਦੇ ਨੇੜੇ ਜਾਂਦੇ ਨੇ, ਫਿਰ ਕੌਨਸ਼ੀਅਸ ਅੱਗੋਂ ਵਿਖਾਉਂਦੀ ਸ਼ੀਸ਼ਾ ਵੀ ਸੱਜਣਾ ਕੀ ਤੂੰ ਕਮਾਇਆ ਤੇ ਕੀ ਤੂੰ ਗਵਾਇਆ, ਵੇਖਾਂ ਥੋੜ੍ਹਾ ਜਿਹਾ ਸ਼ੀਸ਼ੇ 'ਚ। ਤੇ ਇੱਥੇ ਜਾ ਕੇ ਫਿਰ ਬੰਦੇ ਨੂੰ ਕਈ ਵਾਰੀ ਫੇਸ ਵੀ ਕਰਨਾ ਪੈਂਦਾ ਬੜਾ ਹਾਰਡ। ਤੇ ਇਹ ਵੀ ਹੈ, ਬੰਦਾ ਕਿ ਜਦੋਂ ਐਗਜ਼ਿਟ ਡੋਰ ਆਏਗਾ, ਲੈਟ ਵੀ ਵਿਲ ਸੀ ਦੈਟ ਟਾਈਮ, ਯੂ ਨੋ ਐਟ ਪ੍ਰੈਜ਼ੈਂਟ ਵਾਈ ਡੂ ਵੀ ਬੋਦਰ ਆਵਰ ਸੈਲਸ। ਤੇ ਗੱਲ ਇਹ ਹੈ ਕਿ ਕੁਦਰਤ ਇਮਤਿਹਾਨ 'ਚ ਨਾ ਪਾਵੇ, ਪਰ ਜਦੋਂ ਪਾਉਂਦੀ ਏ ਫਿਰ ਬੰਦੇ ਨੂੰ ਆਲਮੋਸਟ ਹਰ ਸ਼ਾਮ ਤੇ ਹਰ ਰਾਤ ਹੀ ਬਿਸਤਰੇ ਦੇ ਸਿਰ ਰੱਖਦੇ ਆ ਬਹੁਤ ਕੁਛ ਦਿਸਦਾ ਆ, ਕਿਹੜੇ ਪਾਸੇ ਜਾ ਰਹੀ ਜੀਵਨ ਦੀ ਗੱਡੀ, ਕੀ ਕਾਰ ਹੈ, ਐਨਰਜੀ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ। ਇਹ ਸਭ ਚੀਜ਼ਾਂ ਸਰੂਪ ਵਿੱਚ ਨੇ। ਇਸ ਕਰਕੇ ਬਾਬਾ ਜੀ ਕਹਿੰਦੇ ਜਗਦੀਸ਼ ਸੇਵੂ, ਉਹਦੀ ਸੇਵਾ 'ਚ ਲੱਗੇ, ਸਹੀ ਕੰਟਰੀਬਿਊਟ ਕਰੇ, ਐਥੀਕਲੀ, ਪ੍ਰਿੰਸੀਪਲੀ ਐਂਡ ਖਾਸ ਕਰਕੇ ਆਪਣੇ ਜ਼ਹਿਨੀ ਤੌਰ 'ਤੇ ਜਿਹਨੂੰ ਅਸੀਂ ਕਹਿੰਦੇ ਹਾਂ ਇਨਰ ਇਨਲਾਈਟਮੈਂਟ, ਉਹ ਅਰਨ ਕਰੀ, ਉਹਦੀ ਰੌਸ਼ਨੀ 'ਚ ਕਾਰਗੁਜ਼ਾਰੀ ਪਾਈ। ਬੰਦੇ ਦਾ ਬੋਲਣਾ, ਚੱਲਣਾ, ਰਹਿਣਾ, ਖਾਣਾ ਪੀਣਾ ਸਾਰੀ ਮੁਸ਼ੱਕਤ ਹੈ, ਇਹ ਕਿਸੇ ਰੌਸ਼ਨੀ 'ਚ ਹੋਏਗੀ ਫਾਇਦੇਮੰਦ ਹੋਏਗੀ, ਜੇ ਰੌਸ਼ਨੀ 'ਚ ਨਹੀਂ ਹੋਏਗੀ ਇਹਨੂੰ ਹੋਰ ਸਰਲ ਕਰ ਦੇਣਾ। 2 ਸਾਲ ਦਾ ਬੱਚਾ, 3 ਸਾਲ ਦਾ ਬੱਚਾ ਪੈਨਸਿਲ ਫੜਦਾ ਹੈ, ਕ੍ਰੇਯੋਨ ਹੋਲਡ ਕਰਦਾ ਆ, ਤੇ ਮਤਲਬ ਘਰ ਦੀ ਵਾਲ ਦੇ ਉੱਤੇ ਲੱਗਦਾ ਸ਼ੁਰੂ ਹੁੰਦਾ ਇੱਕ ਪਾਸਿਓਂ, ਕਰ ਦਿੰਦਾ ਕੰਮ, ਦੂਜੇ ਪਾਸੇ ਜਾਂਦਾ ਤੱਕ। ਕੋਈ ਜਿਹੜਾ ਹੈਗਾ 3-4 ਮਿੰਟਾਂ ਦੇ ਵਿੱਚ ਹੀ ਬਸ ਸਾਰੀ ਵਾਲ ਭਰ ਦਿੰਦਾ। ਇਹਦੇ ਮੁਕਾਬਲਤਨ ਇੱਕ ਬੱਚਾ 12-13 ਸਾਲ ਦਾ ਆ, ਜਿੰਨੀ ਉਹਨੇ ਪੈਨਸਿਲ ਘਸਾਈ ਹੈ 2 ਜਾਂ 3 ਸਾਲ ਦੇ ਬੱਚੇ ਨੇ, ਉਹ ਵੀ ਉਨੀ ਪੈਨਸਿਲ ਘਸਾਏ, ਪਰ ਹੁਣ ਘਸਾਏ ਆਪਣੇ ਐਗਜ਼ਾਮ ਵਿੱਚ, ਆਪਣੇ ਟੈਸਟ ਵਿੱਚ, ਉਸ ਤੋਂ 10% ਵੀ ਨਹੀਂ ਘਸਾ ਸਕੇਗਾ। ਪਰ ਹੁਣ ਕਿਸੇ ਇਨਲਾਈਟਮੈਂਟ, ਕਿਸੇ ਰੌਸ਼ਨੀ 'ਚ ਘਸਾ ਰਿਹਾ, ਤੇ ਹੋਏਗਾ ਕਿ ਉਹਦੇ ਵਿੱਚੋਂ ਕੁਛ ਚੀਜ਼ ਵਿਦਿਆ ਦੇ ਰੂਪ ਵਿੱਚ ਆਏਗੀ, ਤਾਲੀਮ ਦੇ ਰੂਪ ਵਿੱਚ ਆਏਗੀ, ਉਹਨੂੰ ਉਹਦਾ ਕੁਝ ਸ਼ੋਭਾ ਮਿਲੇਗੀ ਉਹਦੀ। ਇਹ ਹੈ, ਕੱਲੀ ਪੈਨਸਿਲ ਘਸਾਣੀ ਨਹੀਂ ਹੈ, ਕੱਲਾ ਬਰਸ਼ ਲੈ ਕੇ ਜਾਂ ਕ੍ਰੇਯੋਨ ਲੈ ਕੇ ਇਸ ਤਰੀਕੇ ਨਾਲ ਮਾਰਨਾ ਨਹੀਂ ਹੈ, ਉਹਨੂੰ ਸਹੀ ਰੂਪ ਵਿੱਚ ਜਾਂਚ ਵੀ ਤੇ ਹੋਏ ਨਾ। ਇਹੀ ਜੀਵਨ ਜਾਂਚ ਹੈ। ਇਸੇ ਨੂੰ ਕਿਹਾ ਗਿਆ ਕਿ ਇਹੋ ਜਿਹੇ ਬੰਦੇ ਨੂੰ ਅਹਿਸਾਸ ਹੋਵੇ ਕਿ ਮੈਂ ਜੀਵਨ ਦੀ ਐਨਰਜੀ ਕਿਵੇਂ ਲਗਾਉਣੀ ਹੈ, ਕਿਸ ਪਾਸੇ ਲਗਾਉਣੀ। ਇਸ ਕਰਕੇ ਮਹਾਰਾਜ ਬਿਆਨ ਕਰਦੇ, ਬਾਬਾ ਬੋਲੀ ਹੈ ਪੱਤ ਹੋਏ, ਬੋਲਣ ਨੂੰ ਤੇ ਸਾਰੇ ਬੋਲੀ ਜਾਂਦੇ ਨੇ, ਮਾਫੀ ਚਾਹਾਂਗਾ ਮੈਂ ਤੇ, ਮੇਰੀ ਤੇ ਜੋਬ ਹੀ ਬੋਲਣ ਦੀ, ਯੂ ਨੋ। ਪਰ ਗੱਲ ਇਹ ਹੈ, ਬੋਲਣ ਨਾਲ ਪੱਤ ਵੀ ਹੋਏਗੀ, ਸਿਰ ਤੇ ਵੱਜੀ ਹੋਈ ਪੱਗ ਰਹੇਗੀ ਸਲਾਮਤ ਕਿ ਨਹੀਂ, ਕਿਸੇ ਦੀ ਪੱਗ ਵੱਜੀ ਰਹੇਗੀ ਸਾਹਮਣੇ ਕਿ ਨਹੀਂ, ਪੱਤ ਹੋਏ।
ਇੱਜ਼ਤ ਹੋਏ, ਮਾਣ ਹੋਏ, ਸਤਿਕਾਰ ਹੋਏ, ਅਦਬ ਹੋਏ, ਆਦਾਬ ਹੋਏ। ਫਿਰ ਇਕੱਲਾ ਇਹ ਨਾ ਹੋਏ ਵੀ ਇਹ ਜਹਾਨ ਦੀ ਗੱਲ ਹੈ, ਕਿਸੇ ਚਾਪਲੂਸੀ ਕਿਸੇ ਉਸ ਚੀਜ਼ ਦੇ ਵਿੱਚ, ਨਾ ਨਾ, ਬਾਬਾ ਬੋਲੀ ਹੈ ਪਤ ਹੋਏ, ਊਤਮ ਸੇ ਦਰ ਉੱਤਮ ਕਹੀਐ, ਨੀਚ ਕਰਮ ਬਹਿ ਰੋਏ। ਬੋਲ ਬਾਣੀ ਦੱਸਦੀ ਏ ਇਹ ਉੱਤਮ ਕਰਮਾਂ ਵਾਲੇ ਪਾਸੇ ਕਦਮ ਪ੍ਰੋਸੀਡ ਕਰ ਰਹੇ ਨੇ, ਠਿੱਲ ਰਹੇ ਨੇ, ਜਾਂ ਕਿਸੇ ਗਰਕ ਹੋਣ ਵਾਲੇ ਪਾਸੇ ਨੂੰ ਤੁਰੇ ਜਾਂਦੇ ਨੇ। ਇਹ ਵੀ ਅਹਿਸਾਸ ਆ ਜਾਂਦਾ ਹੈ। ਅੱਜ ਤੇ ਦੁਨੀਆ ਮਤਲਬ ਹਾਇਰ ਤੋਂ ਹਾਇਰ ਲੈਵਲ 'ਤੇ ਆ ਗਈ ਹੈ। ਮੈਂ ਤਾਂ ਸਾਈਕੋਲੋਜੀ 'ਚ ਦੇਖਦਾ, ਡੇ ਬਾਈ ਡੇ ਦੇ ਆਰ improving their literature, they are improving their assessment, screening everything, and they're coming on that level ਵੀ ਕਮਾਲ ਹੀ ਹੈ। ਮੈਂ ਜਿੰਨੀ ਕੁ ਦੇਰ ਤੱਕ ਬੋਲਿਆ ਵਾਂ, ਜੇ ਸਾਈਕੋਲੋਜੀਕਲ ਅਸੈਸਮੈਂਟ ਟੂਲ ਦੇ ਮੁਤਾਬਕ ਦੇਖਿਆ ਜਾਏ, ਮੇਰੀਆਂ ਇੰਨੀਆਂ 5, 7, 10, 15 ਗੱਲਾਂ 'ਚੋਂ ਮੇਰੀ ਸਟੇਟ ਆਫ ਮਾਈਂਡ ਸ਼ੀਸ਼ੇ ਵਾਂਗ ਉਤਾਰ ਦਿੱਤੀ ਜਾਏਗੀ। ਕਿਉਂਕਿ ਬੰਦਾ ਜੋ ਬੋਲ ਰਿਹਾ ਹੈ, ਭਾਵੇਂ ਉਹ ਕੁਐਸਚਨ ਕਰ ਰਿਹਾ, ਭਾਵੇਂ ਆਪਣਾ ਓਪੀਨੀਅਨ ਦੇ ਰਿਹਾ, ਭਾਵੇਂ ਇੱਕ ਜਨਰਲ ਟਾਕ ਦੇ ਵਿੱਚ ਪਾਰਟੀਸਪੇਟ ਕਰ ਰਿਹਾ, ਜਿਹਨੂੰ ਅਸੀਂ ਇੰਟਰੈਕਸ਼ਨ ਕਹਿੰਦੇ ਹਾਂ, ਐਵਰੀ ਟਾਈਮ ਹੀ ਔਰ ਸ਼ੀ ਇਜ਼ ਪ੍ਰੋਡਿਊਸਿੰਗ ਸਮ ਸੋਰਟ ਆਫ ਸਟੇਟਮੈਂਟਸ। ਜਿਹੜੀਆਂ ਸਟੇਟਮੈਂਟਸ ਨੇ ਉਹਦੇ ਵਿੱਚ ਜਿਹੜੀ ਉਹਦੀ ਵੋਕੈਬਲਰੀ ਨੂੰ ਚੂਜ਼ ਕਰਨਾ ਆ, ਉਸ ਵੋਕੈਬਲਰੀ ਨੂੰ ਪ੍ਰੈਜ਼ੈਂਟ ਕਰਨਾ ਆ, ਉਹਦੇ ਵਿੱਚ ਜਿਹੜੀ ਉਹਦੀ ਟੋਨ ਆ, ਜਿਹੜਾ ਉਹਦੇ 'ਚ ਬਿਲਕੁਲ ਲਹਿਜ਼ਾ ਆ, ਹਰ ਚੀਜ਼ ਨੂੰ ਵੇਖਦਿਆਂ ਪਤਾ ਲੱਗ ਜਾਏਗਾ ਇਹ ਕਿੱਥੇ ਖੜਾ ਆ। ਬਾਣੀ ਕਹਿ ਰਹੀ ਹੈ ਬਾਬਾ ਬੋਲੀਐ ਪਤ ਹੋਏ। ਦੇਖੀ ਹਰ ਅਮਲ ਹਰ ਕਰਮ ਤੇ ਧਿਆਨ ਦੇ ਆਪਣੇ ਤੇ। ਸੋ ਹੈ ਕਿਸੇ ਵੱਡੀ ਰੌਸ਼ਨੀ ਦੇ ਵਿੱਚ ਬੰਦਾ ਰਹੇ, ਸੁਰਤ ਕਰਕੇ ਉੱਥੋਂ ਹੀ ਬੋਲੇ, ਉੱਥੋਂ ਹੀ ਸੁਣੇ, ਉੱਥੋਂ ਹੀ ਜੀਵਨ ਦਾ ਵਿਹਾਰ ਕਰੇ। ਇੱਥੇ ਸਾਹਿਬ ਨੇ ਬਿਆਨ ਕੀਤਾ, ਮਹਾਰਾਜ ਕਹਿੰਦੇ ਭਾਈ ਗੱਲ ਇਹ ਹੈ ਕਿ ਉਸ ਜਗਦੀਸ਼ ਦੀ ਸੇਵਾ ਵਿੱਚ ਲਾਈ, ਉਹਦੇ ਨਾਲ ਹੋਏਗਾ ਕਿ ਅਨਦਿਨ ਆਨੰਦ ਹੋਵੇ ਮਨ ਮੇਰਾ। ਹਰ ਵਕਤ ਆਨੰਦ ਅਵਸਥਾ, ਮਨ ਦੀ ਅਵਸਥਾ। ਬੀਤੇ ਕੱਲ ਬਾਤ ਹੋ ਰਹੀ ਸੀਗੀ ਕਿ ਮੂਡ ਸਵਿੰਗ ਹੀ ਕਰਦਾ ਬੰਦੇ ਦਾ। ਜਿਸ ਨੂੰ ਬੰਦਾ ਖੁਸ਼ੀ ਕਹਿ ਰਿਹਾ ਹੈ, ਮੋਸਟਲੀ ਪ੍ਰਟੈਂਡ ਪਲੇ ਹੈ। ਖੁਸ਼ੀ, ਖੁਸ਼ ਹੋਣ ਦਾ ਇੱਕ ਵਿਖਾਵਾ ਆ, ਅਤੇ ਇਸ ਵਿਖਾਵੇ ਨੂੰ ਅੱਜ ਦੀ ਮਜ਼ਮੇਕਾਰੀ ਦੀ ਦੁਨੀਆ, ਗਲੈਮਰਸ ਵਰਲਡ ਜਿਹਨੂੰ ਕਹਿੰਦੇ ਆ, ਇਹਦੇ 'ਚ ਅਸੀਂ ਮੋਸਟਲੀ ਜੀ ਰਹੇ ਹਾਂ। ਬੰਦਾ ਮਤਲਬ ਚੰਗਾ ਖਾ ਕੇ, ਚੰਗਾ ਪਾ ਕੇ, ਚੰਗੀ ਕੋਈ ਚੀਜ਼ ਬਾਏ ਕਰਕੇ ਖੁਸ਼ੀ ਲੱਭ ਰਿਹਾ ਆ। ਅਤੇ ਇਹਦੇ ਬਾਬਤ ਅੱਜ ਦੀ ਦਾਨਿਸ਼ਮੰਦ, ਭਾਵੇਂ ਉਹ ਇੰਗਲਿਸ਼ ਲਿਟਰੇਚਰ 'ਚ ਤੁਸੀਂ ਲੈ ਲਓ, ਅਤੇ ਉਹ ਬਿਆਨ ਕਰਦੇ ਨੇ ਕਿ ਬੰਦਾ ਖਾ ਕੇ ਖੁਸ਼ ਹੋ ਰਿਹਾ। ਇਹ ਖੁਸ਼ੀ ਉਨੀ ਕੁ ਦੇਰ ਹੀ ਜਿੰਨੀ ਦੇਰ ਤੱਕ ਖਾਣਾ ਹਲਕ ਤੋਂ ਥੱਲੇ ਨਹੀਂ ਉਤਰਦਾ। ਮੋਸਟਲੀ ਤਾਂ ਇਹ ਹੁੰਦਾ ਹੈ, ਜਿਸ ਚੀਜ਼ ਨੂੰ ਖਾ ਕੇ ਬੰਦਾ ਬੜਾ ਖੁਸ਼ ਹੋ ਰਿਹਾ ਸੀਗਾ, ਖਾਣ ਦੇ 10-15 ਮਿੰਟ ਬਾਅਦ ਹੀ ਪਤਾ ਲੱਗਦਾ ਵੀ ਉਹ ਦੁੱਖ ਹੀ ਪੱਲੇ ਪਾ ਲਿਆ, ਇਹ ਕਿਉਂ ਖਾਧਾ। ਇਹਦੇ ਨਾਲ ਦੋ ਚੀਜ਼ਾਂ, ਇੱਕ ਤਾਂ ਸਰੀਰ ਨੂੰ ਸੰਤਾਪ ਹੰਢਾਉਣਾ ਪੈਂਦਾ, ਦੂਸਰੇ ਨੰਬਰ 'ਤੇ ਬੰਦੇ ਦੇ ਅੰਦਰ ਇੱਕ ਗਿਲਟ ਫੀਲ ਆਉਂਦੀ ਹੈ, ਉਹ ਮੇਰੇ ਕੋਲ ਇੰਨਾ ਕੰਟਰੋਲ ਵੀ ਨਹੀਂ ਹੈਗਾ ਵੀ ਚਲੋ ਜੇ ਟੇਸਟੀ ਸੀਗਾ ਤਾਂ ਘੱਟ ਤੋਂ ਘੱਟ ਅੱਧਾ ਘੱਟ ਖਾਂਦਾ, ਥੋੜ੍ਹਾ ਹੋਰ ਘੱਟ ਖਾ ਲੈਂਦਾ। ਇਹ ਚੀਜ਼ ਖੁਸ਼ੀ ਥੋੜ੍ਹਾ ਦੇ ਰਹੀ ਹੈ। ਜਾਂ ਚੰਗਾ ਪਾ ਕੇ ਖੁਸ਼ੀ ਮਿਲੀ, ਪਾਇਆ ਹੋਇਆ ਹੁਣ ਖੁਸ਼ੀ ਦੇ ਰਿਹਾ। ਜਿਵੇਂ ਹੀ ਅਗਲੇ ਪਲ ਬੰਦੇ ਨੇ ਕੁਛ ਕਿਸੇ ਰੂਪ ਦੇ ਵਿੱਚ ਉਸ ਨੂੰ ਪਾਏ ਹੋਏ ਨੂੰ ਸੰਭਾਲ ਨਾ ਸਕਿਆ, ਦਾਗ ਲੱਗ ਗਿਆ, ਕਿਤੇ ਕੁਝ ਫਟ ਗਿਆ, ਜਾਂ ਕਿਤੇ ਕੁਝ ਇਸ ਰੂਪ ਵਿੱਚ ਹੋ ਗਿਆ, ਇੱਕਦਮ ਖੁਸ਼ੀ ਉਲਟਾ ਗਮ ਵਿੱਚ ਬਦਲ ਗਈ। ਆਹ ਕੀ ਬਣ ਗਿਆ, ਨਾ ਹੀ ਪਾਉਂਦਾ ਇਹਦੇ ਨਾਲੋਂ ਮੈਂ ਚੰਗਾ ਸੀਗਾ, ਇੰਨੀ ਮਹਿੰਗੀ ਡਰੈਸ ਐਵੇਂ ਹੀ ਬਾਏ ਕੀਤੀ ਹੈਗੀ। ਬੰਦਾ ਇਹ ਕੋਈ ਆਨੰਦ ਅਵਸਥਾ, ਖੁਸ਼ੀ ਦੀ ਅਵਸਥਾ ਨਹੀਂ ਗਈ। ਇਹ ਤਾਂ ਇੱਕ ਐਸਾ ਆ ਕਿ ਬੰਦਾ ਇੱਕ ਪ੍ਰਟੈਂਡ ਲੈਵਲ 'ਤੇ ਚੀਜ਼ਾਂ ਕਰ ਰਿਹਾ। ਜਿਹੜੀ ਉਹ ਸਟੇਟ ਆਫ ਮਾਈਂਡ ਹੈ, ਉਹ ਹੈ ਚੀਜ਼ਾਂ ਨੂੰ ਸਹੀ ਪਰਸਪੈਕਟਿਵ ਵਿੱਚ ਦੇਖਣਾ। ਖਾਣਾ ਪਾਣਾ, ਰਹਿਣਾ ਸੋਣਾ, ਮੈਂ ਪਹਿਲਾਂ ਬੇਨਤੀ ਕੀਤੀ, ਜੀਵਨ ਦੀ ਕਿਰਿਆ ਆ, ਇਹ ਤਾਂ ਚੱਲੇਗੀ। ਪਰ ਜਿਹੜਾ ਲੌਂਗ ਰਨ ਦੇ ਵਿੱਚ ਵਿਜ਼ਨਰੀ ਹੋ ਕੇ ਦੇਖਣਾ ਵੀ ਅਲਟੀਮੇਟਲੀ ਇਹਦੇ 'ਚੋਂ ਮੈਂ ਪਾਇਆ ਕੀ ਹੈਗਾ, ਕਿ ਇਸ ਐਕਸਰਸਾਈਜ਼ ਦੇ ਨਾਲ ਡੂ have I attained any kind of contentment? ਜੇ ਹਾਂ ਤੇ ਫਿਰ ਤੇ ਭਾਈ ਠੀਕ ਹੈ, ਸੰਤੋਖ ਕੁਝ ਮਿਲਿਆ ਇਹਦੇ ਵਿੱਚੋਂ। ਮੈਂ ਇਹਦੇ 'ਚ ਇਹ ਐਕਸਰਸਾਈਜ਼ ਕਰਦਿਆਂ ਹੋਇਆ ਜੀਵਨ ਦੀ ਕੁਝ ਪੇਸ਼ੈਂਸ ਦੀ ਐਕਸਰਸਾਈਜ਼ ਕਰ ਪਾਇਆ ਵਾਂ, ਹਾਂ ਭਾਈ ਇਹ ਬੈਨੀਫਿਸ਼ੀਅਲ ਹੈ ਮੇਰੇ ਵਾਸਤੇ। ਇਹ ਜਿਹੜੇ ਵਰਚੂਜ਼ ਨੇ, ਕੁਆਲਿਟੀਜ਼ ਨੇ, ਖੂਬੀਆਂ ਨੇ, ਇਹੀ ਜੀਵਨ ਦਾ ਸਰਮਾਇਆ, ਇਹ ਖੁਸ਼ੀ ਹੈ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਅਨਦਿਨ ਆਨੰਦ ਹੋਵੇ ਮਨ ਮੇਰੇ, ਗੁਰਮੁਖ ਮੰਗੂ ਤੇਰਾ ਨਾਮ ਨਿਵਾਜਾ। ਤੇ ਨਾਮ
ਇਹਨਾਂ ਗੁਣਾਂ ਦੇ ਵਿੱਚੋਂ ਹੀ ਰਿਫਲੈਕਟ ਹੋਣਾ ਆ, ਕਿਸੇ ਹੋਰ ਬਾਹਰੂਨੀ ਚੀਜ਼ 'ਚੋਂ ਨਹੀਂ ਆਉਣਾ। ਮਤਲਬ ਸਪੋਜ਼ ਕਰੋ ਨਾਮ ਤੁਸੀਂ ਇੱਕ ਫਾਈਨਲ ਪ੍ਰੋਡਕਟ ਦਾ ਕਹਿ ਲਓ ਵੀ ਆਹ ਫਾਈਨਲ ਪ੍ਰੋਡਕਟ ਨਾਮ ਆ, ਪਰ ਉਸ ਫਾਈਨਲ ਪ੍ਰੋਡਕਟ ਨੂੰ ਪ੍ਰਾਪਤ ਕਰਨ ਵਾਸਤੇ ਸਪੋਜ਼ ਆਪਾਂ ਕਹਿੰਦੇ ਹਾਂ ਕਿ ਆਪਾਂ ਨੂੰ ਤੇ ਨਾ ਪੀਜ਼ਾ ਚਾਹੀਦਾ ਹੈ। ਭਾਈ ਪੀਜ਼ੇ ਤੱਕ ਪਹੁੰਚਣ ਵਾਸਤੇ ਕੁਝ ਇਨਗਰੀਡੀਅੰਟਸ ਨੇ ਜਿਹੜੇ ਬੇਸਿਕਸ 'ਤੇ ਆਉਣਗੇ। ਆਟਾ ਆਏਗਾ, ਫਲਾਵਰ, ਹੋਰ ਪਿੱਛੇ ਆ ਜੋ ਵੀਟ ਆਏਗੀ। ਮਤਲਬ ਤੁਸੀਂ ਦੇਖੋ ਨਾ, ਇਹ ਚੀਜ਼ਾਂ ਹੈਗੀਆਂ ਨੇ। ਜੇ ਇਹਨੂੰ ਸਭ ਨੇ ਕਿਹਾ ਸੀ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਭਗਤੀ ਦੇ ਵਿੱਚ ਇਜ਼ਾਫਾ ਕਰਨਾ ਹੈ ਤਾਂ ਗੁਣਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਇਹਨੂੰ ਸਾਹਿਬ ਨੇ ਕਿਹਾ ਸੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਇਹ ਵੱਡੇ ਭਾਗਾਂ ਵਾਲਿਆਂ ਦੇ ਜ਼ਿਹਨ ਵਿੱਚ ਆਉਂਦਾ, ਭਾਵ ਉਹਨਾਂ ਨੂੰ ਅਹਿਸਾਸ ਆਉਂਦਾ ਕਿ ਇਹ ਜਿਹੜੀ ਕਰਤਾਰੀ ਕੁਦਰਤ ਹੈ, ਇਹਦੇ ਵਿੱਚ ਰਹਿੰਦਿਆਂ ਹੋਇਆਂ ਸਾਡਾ ਜਿਹੜਾ ਅਸਲ ਰੋਲ ਹੈ ਅਸੀਂ ਉਸ ਨੂੰ ਪਹਿਚਾਨੀਏ। ਸਾਹਿਬ ਨੇ ਉਹਦੀ ਬਾਤ ਕੀਤੀ ਕਿ ਬੰਦੇ ਜਿਹੜਾ ਹੈਗਾ ਤੂੰ ਉਸ ਨਾਮ ਦੇ ਅਹਿਸਾਸ ਵਾਸਤੇ ਅੱਗੇ ਵੱਧ, ਅਤੇ ਉਹ ਕਰਤਾਰੀ ਕੁਦਰਤ ਤੇ ਕਰਤਾਰ ਬੜਾ ਬੇਅੰਤ ਆ, ਉਹ ਨਵਾਜ ਦਿੰਦਾ, ਦੇ ਦਿੰਦਾ ਆ। ਜੇ ਜਿਹਨੂੰ ਸਾਹਿਬ ਨੇ ਕਿਹਾ ਤਰਸ ਪਿਆ ਮਹਿਰਾਮਤ ਹੋਈ, ਮਾਲਕ ਦਾ ਤਰਸ ਹੋਇਆ ਮੇਰੇ ਉੱਤੇ, ਮਹਿਰਾਮਤ ਹੋ ਗਈ, ਉਹਦਾ ਮਿਹਰ ਦੀ ਨਜ਼ਰ ਹੋ ਗਈ, ਅਤੇ ਉਹਦੇ ਨਾਲ ਮੈਨੂੰ ਸੋਰਸ ਕੀ ਮਿਲਿਆ? ਸਤਿਗੁਰ ਸੱਜਣ ਮਿਲਿਆ। ਇੱਕ ਐਸਾ ਸੱਜਣ ਆ ਕੇ ਮਿਲ ਗਿਆ ਜੋ ਸਤਿਗੁਰੂ ਦੇ ਰੂਪ ਵਿੱਚ ਜੀਵਨ ਵਿੱਚ ਵਰਤਿਆ, ਅਤੇ ਉਹਦੇ ਸਦਕਾ ਮੈਂ ਕਰਨ ਦੇ ਕਾਬਲ ਹੋਇਆ ਸਭ ਕੁਛ। ਗੁਰੂ ਅਰਜਨ ਸਾਹਿਬ ਰਹਾਉ ਦਾ ਬੰਦ ਇਹ ਸੀਗਾ, ਸ਼ੁਰੂਆਤੀ ਪਦਾ ਦਾ ਲੈ ਲਈਏ, ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ। ਇੰਪਲਸਿਵ ਬਿਹੇਵੀਅਰ, ਆਪ ਸਮਝਦੇ ਹੋ ਇਸ ਚੀਜ਼ ਨੂੰ, ਕਾਲਾਪਨ ਜਿਹੜਾ ਆ ਸਾਡੀ ਅੱਜ ਦੀ ਦੁਨੀਆ ਦੇ ਵਿੱਚ, ਜਿਹੜਾ ਅਸੀਂ ਮਾਡਰਨ ਜਾਂ ਵੈਸਟਰਨਾਈਜ਼ ਜਾਂ ਅਮੈਰੀਕਨਾਈਜ਼ਡ ਕਹੀਏ, ਜ਼ਿਆਦਾ ਮੇਕ ਸੈਂਸ ਕਰੇਗਾ। ਇਸ ਕਲਚਰ 'ਚ ਰਹਿ ਰਹੇ ਹਾਂ, ਇਹਦੇ ਅੰਦਰ ਕਾਲਾਪਨ, ਜਿਹੜੀ ਹੈਕਟਿਕਨੈਸ ਆ, ਇਹ ਸਭ ਤੋਂ ਵੱਡੀ ਅਲਾਮਤ ਹੈ ਬੰਦੇ ਦੀ। ਆਪ ਦੇਖੋਗੇ ਏਡੇ ਏਡੇ ਵੱਡੇ ਰੋਡ ਬਣੇ ਨੇ, ਇੰਨਾ ਸੋਹਣਾ ਸਿਸਟਮ ਬਣਾਇਆ ਹੈਗਾ ਰੋਡਸ ਨੂੰ ਚਲਾਉਣ ਵਾਸਤੇ, ਸਾਇੰਸ, ਐਵਰੀਥਿੰਗ ਇਜ਼ ਵੈਰੀ, ਬੜੀ ਕਮਾਲ ਦੀ ਕੀਤੀ ਪਈ ਹੈ। ਮਤਲਬ ਗੱਡੀਆਂ ਵੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਇੰਜੀਨੀਅਰਡ ਵੇ ਨਾਲ ਡਿਜ਼ਾਈਨ ਕੀਤੀਆਂ, ਸਭ ਚੀਜ਼ਾਂ ਕੀਤੀਆਂ, ਪਰ ਐਕਸੀਡੈਂਟਸ ਇਹ ਥੋੜ੍ਹਾ ਘੱਟ ਗਏ ਨੇ। ਡੇ ਬਾਈ ਡੇ ਇਜ਼ਾਫਾ ਵਾ ਹੋ ਰਿਹਾ ਉਹਨਾਂ ਦੇ ਵਿੱਚ। ਇਹਦੇ ਵਿੱਚ ਇਨਫਰਾਸਟਰਕਚਰ ਦਾ ਇਸ਼ੂ ਹੈ ਰੇਅਰਲੀ। ਇਹਦੇ ਵਿੱਚ ਕਾਰਾਂ ਦੇ ਜਿਹੜਾ ਹੈਗਾ ਇੰਜੀਨੀਅਰਡ ਕਰਨ ਦੇ, ਉਹਨਾਂ ਦੀ ਜਿਹੜੀ ਹੈ ਡਿਜ਼ਾਈਨਿੰਗ ਇੰਜੀਨੀਅਰਿੰਗ ਦੇ ਵਿੱਚ, ਉਹਦੇ 'ਚ ਇਸ਼ੂ ਹੈ ਨੋ, ਆਲਮੋਸਟ ਨੋ ਦੇ ਬਰਾਬਰ ਆਏਗਾ। ਫਿਰ ਇਸ਼ੂ ਕਿੱਥੇ ਆ? ਹਿਊਮਨ ਬਿਹੇਵੀਅਰ ਦੇ ਵਿੱਚ, ਡਰਾਈਵਿੰਗ ਬਿਹੇਵੀਅਰ ਦੇ ਵਿੱਚ। ਉਹਦੇ ਵਿੱਚ ਵੀ ਤੁਸੀਂ ਦੇਖੋ, ਉਹਦੇ 'ਚ ਥਿਊਰੀ ਵੀ ਹੈ, ਉਹਦੇ 'ਚ ਟ੍ਰੇਨਿੰਗ ਵੀ ਹੈ, ਉਹਦੇ 'ਚ ਵਕਤ ਬਾ ਵਕਤ ਇਨਫੋਰਸਮੈਂਟ ਵੀ ਆਪਣਾ ਰੋਲ ਪਲੇ ਕਰਦੀ, ਕਾਫੀ ਚੀਜ਼ਾਂ ਹੁੰਦੀਆਂ। ਪਰ ਫਿਰ ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਇਹ ਹੈ ਕਾਲਾਪਨ, ਜਿਹੜੀ ਇੱਕਦਮ ਮਤਲਬ ਬੰਦੇ ਦੇ 'ਚ ਇਤਨੀ ਕਾਲੀ ਪਈ ਹੈ, ਉਹ ਅਲਾਮਤ ਕ੍ਰੀਏਟ ਕਰ ਰਹੀ ਹੈ। ਅਤੇ ਇਕੱਲਾ ਇਹਦੇ ਵਿੱਚ ਹੀ ਨਹੀਂ ਹੈਗਾ, ਹੋਰ ਤੁਸੀਂ ਦੇਖੋ, ਜੇ ਆਪਾਂ ਅਮੈਰੀਕਨਾਈਜ਼ ਵਰਲਡ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ 'ਚ ਹਾਲਾਤ ਬਦਲੇ ਨੇ, ਐਮਨਿਸਟੀ ਦੇ ਇਸ਼ੂਜ਼ ਉੱਥੇ ਵਧਣ ਵਾਲੇ ਨੇ, ਕਿਉਂਕਿ ਹਿਊਮੈਨਿਟੀ ਦੇ ਉੱਤੇ ਜ਼ੁਲਮ ਹੋਣ ਦਾ ਡਰ ਆ, ਜੋ ਪਿੱਛੇ ਉਹਨਾਂ ਦਾ ਟਰੈਕ ਰੈਕਟ ਵੀ ਦੱਸਦਾ। ਤਾਂ ਇਹੋ ਜਿਹੀ ਹਾਲਤ 'ਚ ਹੁੰਦਾ ਵੀ ਹੈ, ਉਹ ਭਾਵੇਂ ਬਿਲਕੁਲ ਸੋਨੇ ਦੇ ਬਣ ਕੇ ਵੀ ਆ ਜਾਣ, ਦੁੱਧ ਦੇ ਧੋਪ 'ਤੇ ਵੀ ਆ ਜਾਣ ਸਾਰੇ ਬਣ ਕੇ ਨਾ, ਜਿਹੜੀ ਤੇਰ ਹੁਣ ਕਾਬਜ ਹੋਈ ਹੈ ਉੱਥੇ। ਪਰ ਇਹ ਕਿਵੇਂ ਹੋ ਸਕਦਾ ਜਿੱਥੇ ਇਤਨਾ ਕੇਓਸ ਹੋਏਗਾ, ਅਤੇ ਜਿਨ੍ਹਾਂ ਨੇ ਸਾਰੇ ਕਾਸੇ 'ਤੇ ਕੰਟਰੋਲ ਹੀ ਗਨ ਦੇ ਜ਼ੋਰ 'ਤੇ ਕੀਤਾ ਆ, ਕੋਈ ਹੋਰ ਤਾਂ ਉੱਥੇ ਚੀਜ਼ ਹੈ ਨਹੀਂ ਗੀ, ਅਤੇ ਵੱਖਰੇ ਵੱਖਰੇ ਡਿਫਰੈਂਟ ਗਰੁੱਪ ਮਤਲਬ ਇਕੱਠੇ ਹੋਏ ਉੱਥੇ। ਅਤੇ ਇੱਕ ਗਰੁੱਪ ਕੋਈ ਸਪੋਜ਼ ਕਰੋ ਆਪਣੀ ਮਨਮਰਜ਼ੀ ਕਰਦਾ, ਉਹਨਾਂ 'ਚ ਇੱਕ ਬੰਦਾ, ਇੱਕ ਐਲੀਮੈਂਟ ਜਿਹੜਾ, ਉਹ ਕਿਸੇ 'ਤੇ ਗੋਲੀ ਚਲਾ ਦਿੰਦਾ, 4 ਬੰਦੇ ਮਾਰ ਦਿੰਦਾ, ਅਤੇ ਜਿਹੜਾ ਇਸ਼ੂ ਆਉਂਦੇ ਸਮੇਂ ਜਨਰੇਟ ਹੋਣੇ ਨੇ, ਇਟਸ ਕੰਪਲੀਟਲੀ ਕਲੀਅਰ। ਅਤੇ ਉਹ ਜਦੋਂ ਹੋਏਗਾ ਤਾਂ ਫਿਰ ਹੋਏਗਾ ਕਿ ਅਫਗਾਨ ਪੁਲਿਸ ਆ ਕੇ ਫੜੇ ਕਿ ਉਸ ਬੰਦੇ ਨੂੰ, ਵੀ ਭਾਈ ਤੂੰ ਜਿਹੜਾ ਹੈਗਾ ਬੰਦੇ ਮਾਰੇ ਨੇ, ਚੱਲ ਤੈਨੂੰ ਫੜ ਕੇ ਲੈ ਕੇ ਜਾਂਦੇ ਆ। ਕਿਵੇਂ ਫੜ ਸਕਦੇ ਹੋ ਤੁਸੀਂ? ਅਸੀਂ ਤਾਂ ਤੁਹਾਡੇ ਜਿਹੜਾ ਹੈਗਾ ਅਲਾਇਨ ਹੈਗੇ ਆ। ਫਿਰ ਇਕੱਲੇ ਇਹ ਨਹੀਂ ਹੈਗੇ, ਉਹ ਅਲਾਇੰਸ ਜਿਹੜੇ ਸਰੂਬੇ ਚੱਲ ਰਹੇ ਨੇ, ਉਹਨਾਂ ਨੂੰ ਅਕਾਊਂਟੇਬਲ ਕੌਣ ਬਣਾਏਗਾ? ਲਾ ਐਨਫੋਰਸਮੈਂਟ ਕਿੱਥੋਂ ਆਏਗੀ? ਇਹ ਸਾਰੀਆਂ ਚੀਜ਼ਾਂ ਕਰਕੇ ਫਿਰ ਇੱਕ ਵਾਰੀ ਕੰਮ ਸ਼ੁਰੂ ਹੋ ਗਿਆ, ਜਿਵੇਂ ਕੋਈ ਤੁਸੀਂ ਦੇਖਦੇ ਹੋ ਨਾ ਰਿਪਲ ਇਫੈਕਟ, ਇੱਕ ਤੁਸੀਂ ਚੀਜ਼ ਸੱਟੀ ਪਾਣੀ ਦੇ ਵਿੱਚ, ਇੱਕ ਵਾਰੀ ਸ਼ੁਰੂ ਹੋ ਗਿਆ, ਦੈਨ ਇਟਸ ਨੋਟ ਗੋਇੰ ਟੂ ਸਟਾਪ ਦੇਅਰ।
ਇਹ ਆਲ ਦਾ ਵੇ ਜਿਹੜਾ ਅੱਗੇ ਤੋਂ ਅੱਗੇ ਵੱਧਦਾ ਜਾਏਗਾ। ਤੇ ਇਹ ਜਿਹੜਾ ਰਿਪਲ ਇਫੈਕਟ ਹੈ ਵਾਇਲੈਂਸ ਦੇ ਸਭ ਤੋਂ ਫਾਸਟ ਹੁੰਦਾ। ਇਹਦਾ ਡਰ ਪਿਆ, ਇਹਦੀ ਉੱਤੇ ਡਰ ਵਾਲੀ ਹਾਲਤ ਆ। ਜਿਨ੍ਹਾਂ ਮਮਾਲਿਕ ਦੇ ਵਿੱਚ ਇਮੀਗ੍ਰਾਂਟ ਦੇ ਖਿਲਾਫ ਇੱਕ ਸੈਂਟੀਮੈਂਟਸ ਲਗਾਤਾਰ ਕਈ ਸਾਲਾਂ ਤੋਂ ਵਧਿਆ ਆ, ਪੀਪਲ ਵਿਦ ਕਲਰ, ਉਹਨਾਂ ਦੇ ਖਿਲਾਫ ਸੈਂਟੀਮੈਂਟਸ ਵਧੇ ਆ। ਅਸੀਂ ਵੇਖ ਰਹੇ ਹਾਂ ਕਿ ਇਸਲਾਮੋਫੋਬੀਆ ਵਧਿਆ ਆ। ਸਭ ਚੀਜ਼ਾਂ ਵਧੀਆਂ ਨੇ, ਪਰ ਕਮਾਲ ਇਹ ਹੋ ਗਈ ਇੰਨਾ ਹੀ ਮੁਲਕਾਂ ਦੇ ਜਹਾਜ਼, ਮਿਲਟਰੀ ਵਾਲੇ ਜਹਾਜ਼, ਉੱਥੋਂ ਰਿਫਿਊਜੀਜ਼ ਦੀ ਜਿਹੜੀ ਹੈ ਉਹਨਾਂ ਦੀ ਏਅਰ ਲਿਫਟਿੰਗ ਹੋ ਰਹੀ ਹੈ। ਅਤੇ ਲੋਕ ਇਹਦੇ ਬਾਬਤ ਕਹਿ ਰਹੇ ਭਾਈ ਬਿਲਕੁਲ ਠੀਕ ਗੱਲ ਹੈ, ਚੰਗਾ ਕੰਮ ਹੈ, ਵਧੀਆ ਕੰਮ ਹੈ। ਇਹਦਾ ਮਤਲਬ ਇਹਨਾਂ ਲੋਕਾਂ 'ਚ ਹਿਊਮੈਨਿਟੀ ਹੈ। ਇਹ ਤਾਂ ਮੰਨ ਕੇ ਚੱਲੀਏ ਨਾ, ਮਤਲਬ ਇਹ ਤਾਂ ਨਹੀਂ ਕਹਿ ਸਕਦੇ ਕਿ ਤੁਸੀਂ ਕਿ ਬਿਲਕੁਲ ਅਨਹਿਿਊਮਨ ਨੇ, ਮਰਨ ਦਿਓ ਉੱਥੇ, ਸਾਨੂੰ ਕੀ ਹੈ, ਅਸੀਂ ਕਿਉਂ ਜਾਈਏ ਇਸ ਪਾਸੇ। ਹਿਊਮੈਨਿਟੀ ਦਾ ਲੈਵਲ ਹੈ ਅਤੇ ਲੋਅਰ ਲੈਵਲ ਤੱਕ ਹੈ, ਮਨੁੱਖਤਾ ਦੇ ਵਿੱਚ ਉਸ ਰੂਪ ਦੇ ਵਿੱਚ ਹੈ। ਅੱਛਾ, ਜੇ ਇਸੇ ਗੱਲ ਨੂੰ ਲਿਆ ਜਾਏ ਕਿ ਬੰਦੇ ਕਿਸੇ ਦੂਸਰੇ ਦੇ ਦਰਦ ਨੂੰ ਵੇਖਦੇ ਨੇ, ਫਿਰ ਦਾ ਮਤਲਬ ਇਹ ਹੈ ਇਹਨਾਂ ਮੁਲਕਾਂ ਦੇ ਵਿੱਚ ਤੇ ਸ਼ੈਲਟਰਸ ਨਹੀਂ ਹੋਣਗੇ। ਇਹਨਾਂ ਮੁਲਕਾਂ ਦੇ ਵਿੱਚ ਤੇ ਜਿਹੜੇ ਬੱਚੇ ਨੇ, ਦੋਨੋਂ ਪੇਰੈਂਟਸ ਸਾਲਮ ਸਾਬਤ ਨੇ। ਬੱਚਾ ਐਜ਼ ਏ ਔਰਫਨ ਕਿਡ ਦੇ ਤੌਰ 'ਤੇ ਕਿਸੇ ਤੀਸਰੀ ਜਗ੍ਹਾ 'ਤੇ ਪਲ ਰਿਹਾ ਜਾ ਕੇ। ਇਹ ਤਾਂ ਨਹੀਂ ਹੋਏਗਾ। ਇਹ ਤਾਂ ਨਹੀਂ ਹੋਏਗਾ ਕਿ ਬੱਚੇ ਵਾਸਤੇ ਨਾ ਮਾਂ ਨਾ ਪਿਤਾ ਦੋਨੋਂ ਜਿਹੜੇ ਨੇ ਉਹ ਰਿਸਪੋਂਸੀਬਿਲਿਟੀ ਲੈਣ ਲਈ ਤਿਆਰ ਨਹੀਂ ਹੈਗੇ, ਅਤੇ ਬੱਚਾ ਕਿਸੇ ਚਾਈਲਡ ਕੇਅਰ ਸੁਸਾਇਟੀ ਦੀ ਟੇਕ ਕੇਅਰ ਵਿੱਚ ਹੈ। ਇਹ ਤਾਂ ਨਹੀਂ ਹੋਏਗਾ ਨਾ ਮੁਲਕਾਂ 'ਚ। ਪਰ ਡਾਟਾ ਦੱਸਦਾ ਵੱਡੇ ਲੈਵਲ 'ਤੇ ਹੁੰਦਾ ਇੱਥੇ। ਇਹ ਸਾਡੇ ਸਾਹਮਣੇ ਬਲੈਕ ਐਂਡ ਵਾਈਟ 'ਚ ਸਾਰਾ ਕੁਛ। ਹੋਰ ਦੀ ਗੱਲ ਛੱਡੋ, ਮਤਲਬ ਜਿਨ੍ਹਾਂ ਨੂੰ ਲੋਕ ਅੱਜ ਬੜੇ ਵੱਡੇ ਇੱਕ ਰੋਲ ਮਾਡਲ ਦੇ ਤੌਰ 'ਤੇ ਵੀ ਦੇਖਦੇ ਨੇ ਕਿਸੇ ਕੈਰੀਅਰ ਨੂੰ ਬਿਲਡ ਕਰਨ ਵਾਸਤੇ, ਕੋਈ ਕਿਸੇ ਕਿਸਮ ਦੇ ਇੱਕ ਤਰ੍ਹਾਂ ਕਹਿ ਲਓ ਐਂਟਰਪ੍ਰੈਨਰ ਬਣਨ ਵਾਸਤੇ, ਐਪਲ ਦੇ ਸਟੀਵ ਵਰਗਿਆਂ ਨੂੰ ਫੈਮਿਲੀ ਲਾਈਫ 'ਤੇ ਦੇਖੋ ਉਹਨਾਂ ਦੀ। ਬੇਟੀ ਉਹਦੀ ਨੇ ਕਿਤਾਬ 'ਚ ਲਿਖਿਆ ਪੂਰਾ, ਉੱਤੇ ਬੁੱਕ ਲਿਖੀ ਏਡੀ ਮੋਟੀ। ਮਤਲਬ ਉਹਨੂੰ ਫਾਦਰ ਦਾ ਨਾਮ ਦੇਣ ਤੋਂ ਹੀ ਉਹ ਬਾਗੀ ਹੋ ਗਿਆ ਵੀ ਨੋ ਇਹਨੂੰ ਮੇਰੇ ਤੋਂ, ਕਿਉਂਕਿ ਮੈਂ ਨਹੀਂ, ਆਈ ਡੋਂਟ ਵਾਂਟ ਹਰ ਐਟ ਆਲ। ਹੁਣ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਇਹ ਵੀ ਸੁਸਾਇਟੀ ਦੇ ਵਿੱਚ ਇੱਥੇ ਹੀ ਮੌਜੂਦ ਨੇ। ਫਿਰ ਤੇ ਜਾ ਕੇ ਅਹਿਸਾਸ ਆਉਂਦਾ ਹੈ ਹੱਦ ਹੋ ਗਈ, ਇਹ ਕੀ ਹੈ, ਇਹ ਇੰਨੀ ਕੰਟਰਾਡਿਕਸ਼ਨ ਕਿਉਂ ਹੈ ਭਾਈ। ਇਹ ਹਿਊਮਨ ਟੈਂਡੈਂਸੀ ਹੈ, ਇਹ ਮੰਨ ਕੇ ਚੱਲਿਆ ਜਾਏ। ਮਨੁੱਖ ਦੇ ਵਿੱਚ ਅੱਛਾਈ ਵੀ ਹੈ, ਮਨੁੱਖ ਦੇ ਵਿੱਚ ਬੁਰਿਆਈ ਵੀ ਹੈ, ਦੋਨਾਂ ਦਾ ਕੰਬੀਨੇਸ਼ਨ ਮਨੁੱਖ ਹੈ। ਹੁਣ ਜਿਹੜਾ ਮਨੁੱਖ ਨੂੰ ਵਡਿਆਉਣ ਵਾਲੀ ਜਗ੍ਹਾ 'ਤੇ ਲੈ ਕੇ ਆਉਣਾ, ਚੰਗਿਆਉਣ ਵਾਲੀ ਜਗ੍ਹਾ 'ਤੇ ਲੈ ਕੇ ਆਉਣਾ, ਉਹਦੇ ਲਈ ਗੱਲ ਹੁੰਦੀ ਹੈ ਕਿ ਤੁਸੀਂ ਉਹੋ ਜਿਹੇ ਰੋਲ ਮਾਡਲ ਪਾਉਂਦੇ ਹੋ, ਉਹੋ ਜਿਹਾ ਆਲਾ ਦੁਆਲੇ ਤੋਂ ਪ੍ਰਭਾਵ ਪਾਉਂਦੇ ਹੋ, ਅਤੇ ਫਿਰ ਹੌਲੀ ਹੌਲੀ ਮਨੁੱਖਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਭਾਈ ਠੀਕ ਹੈ, ਸਾਨੂੰ ਨਾ ਇਸ ਤਰੀਕੇ ਨਾਲ ਬਿਹੇਵ ਕਰਨਾ ਚਾਹੀਦਾ। ਆਹੀ ਆਈਡੀਅਲ ਹੈ, ਆਹੀ ਚੰਗੇਰਾ ਹੈ, ਆਹੀ ਵਧੀਆ ਹੈ। ਇੱਥੇ ਜਿਹੜਾ ਬਚਨ ਲਿਖਿਆ ਨਾ ਗੁਰੂ ਅਮਰਦਾਸ ਸਾਹਿਬ ਨੇ, ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨਿਆਈ। ਜਿਹੜੀ ਵਡੱਪਣ ਵਾਲੀ ਗੱਲ ਆ, ਜਿਹੜੀ ਉਹ ਨਾਮ ਵਾਲੀ ਗੱਲ ਆ, ਜਿਹੜੀ ਮੈਂ ਬਾਤ ਕਰ ਰਿਹਾ ਸੀਗਾ ਕਿ ਅਖੀਰ ਨਾਮ ਤੇ ਜਿਹੜਾ ਆ ਉਹ ਤੇ ਫਾਈਨਲ ਪ੍ਰੋਡਕਟ ਆ, ਪਰ ਜਿਹੜੇ ਗੁਣ ਨੇ ਕੁਛ, ਉਹਨਾਂ ਗੁਣਾਂ ਨੂੰ ਤਰਜੀਹ ਦੇਣੀ ਅਤੇ ਉਹਨਾਂ ਗੁਣਾਂ 'ਚ ਇਜ਼ਾਫਾ ਕਰਦੇ ਰਹਿਣਾ ਲਗਾਤਾਰ। ਫਿਰ ਇੱਕ ਲੈਵਲ 'ਤੇ ਜਾ ਕੇ ਬੰਦੇ ਨੂੰ ਐਕਚੁਅਲੀ ਰੀਅਲ ਹਿਊਮਨ ਕਰੈਕਟਰ ਦਾ ਪਤਾ ਲੱਗਦਾ ਵੀ ਐਵੇਂ ਦਾ ਜੀਵਨ ਜੀਣਾ ਚਾਹੀਦਾ। ਇੱਥੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਿ ਮੇਰੇ ਪੂਰੇ ਗੁਰੂ ਨੇ ਮੇਰੇ ਉੱਤੇ ਇਹ ਤਰਸ ਕਰਕੇ ਪੂਰੇ ਗੁਰ ਤੇ ਵਡਿਆਈ ਪਾਈ। ਅਤੇ ਇੱਥੇ ਲਫ਼ਜ਼ ਇੱਕ ਹੋਰ ਵੀ ਚੀਜ਼ ਹੈ, ਜੇ ਆਪਾਂ ਹੋਰ ਐਜ਼ ਏ ਲਿਟਰੇਚਰ ਦੇ ਤੌਰ 'ਤੇ ਕ੍ਰਿਟੀਕਲ ਸਾਈਡ 'ਤੇ ਆ ਜਾਈਏ ਥੋੜ੍ਹਾ ਜਿਹਾ, ਅਤੇ ਗੁਰੂ ਕਿਹਾ ਸੀ ਬਹੁਤ ਆ। ਮਤਲਬ ਜੇ ਕਿਹਾ ਜਾਂਦਾ ਗੁਰ ਤੇ ਵਡਿਆਈ ਪਾਈ, ਕੋਈ ਛੋਟੀ ਗੱਲ ਥੋੜ੍ਹਾ। ਪਰ ਗੁਰੂ ਅਮਰਦਾਸ ਸਾਹਿਬ ਇੱਕ ਐਕਸਟਰਾ ਉੱਥੇ ਐਡਜੈਕਟਿਵ ਲਗਾ ਰਹੇ ਨੇ, ਪੂਰੇ ਗੁਰ ਤੇ। ਇੱਥੋਂ ਇਹ ਪੋਸੀਬਿਲਿਟੀ ਹੈ ਸਮਾਜ ਦੇ ਅੰਦਰ ਵੀ ਜਿਹੜੀ ਇਹ ਇੰਸਟੀਟਿਊਸ਼ਨ ਆ, ਜਿਹਨੂੰ ਅਸੀਂ ਗੁਰੂ ਇੰਸਟੀਟਿਊਸ਼ਨ ਕਹਿੰਦੇ ਆ, ਇਹਦਾ ਵੀ ਅਧੂਰਾਪਨ ਮਿਲੇਗਾ ਕਿਤੇ ਨਾ ਕਿਤੇ। ਇਹਦਾ ਵੀ ਡੁਪਲੀਕੇਸ਼ਨ ਕੇ ਲਈ ਇੱਕ ਚੀਜ਼ 'ਚ ਨਹੀਂ ਹੈ। ਅਤੇ ਪਹਿਲੀ ਵਾਰ ਨਹੀਂ ਲਿਖੇ ਬਾਣੀ ਦੇ 'ਚ। ਤੁਸੀਂ ਗੁਰੂ ਅਮਰਦਾਸ ਸਾਹਿਬ ਦੇ ਬੋਲਣ ਨੂੰ ਕਈ ਵਾਰੀ ਪੜ੍ਹੋਗੇ ਇਸ ਰੂਪ ਦੇ ਵਿੱਚ ਕਿ ਉਹ ਐਕਟੀਵਿਟੀ ਹੋ ਰਹੀ ਹੈ। ਜੇ ਅਸੀਂ ਸਾਰੇ ਚਿਮਚੇ ਕੜਛੀਆਂ ਖੜਕਾਉਣ ਲੱਗ ਗਏ ਵਿੱਚ, ਤਾਂ ਕੀ ਬਣੇਗਾ? ਕੇਓਸ। ਹਾਂ, ਇਹ ਜ਼ਰੂਰ ਆ ਕੁਝ ਜਵਾਬਦੇਹੀ ਹੋਏ ਬੋਲਣ ਵਾਲੇ ਦੀ, ਕੁਝ ਪਤਾ ਹੋਏ ਭਾਈ ਕੀ ਕਿਹਾ ਜਾ ਰਿਹਾ, ਜੋ ਜਿਹੜੇ ਸੁਣ ਸਮਝ ਰਹੇ ਨੇ ਉਹਨਾਂ ਨੂੰ ਵੀ ਅਹਿਸਾਸ ਹੋਏ। ਗੁਰਬਾਣੀ
इस लैवल ते बात करती है तो ऑलमोस्ट हुंदा भी इस तरीके दे नाल। जे किते थोड़ा बहुता किते हो जाए, जो मैं लिटरली तौर पर बयान करदा, बिकॉज जिहड़ी स्कूलिंग हुई है, जिस किस्म के लिटरेचर नूं पढ़दियां होयां आया वां मैं, तो कई बार कुछ वर्ड्स, कुछ इहो जिहियां टर्मिनोलॉजीज यूज़ करी दियां ने जिहड़ियां उस लैवल ते एप्रोप्रीएट नहीं होंदियां। मैं एक वर्ड कई बार यूज़ कर देना भी जिहड़ा सिख आ जटा झूठ। मेरे सज्जन अपने अज भी सुनते होणगे, उन्होंने एक दिन क्या कहते भाई साहब कहना तो नहीं सी, हिस्सा या हाफिज़ उन्होंने कहते सारे याद होए ऑलमोस्ट, ये मन्निया जाता सी। तो उन्होंने एक आयत बोली, हुण थोड़ा क्योंकि पुरानी लैंगुएज आ, आम भाषा यूज़ भी नहीं होंदी, तो कोई उन्हों का ही बड़ा आलम शख्स अगे बैठा सुन रहा सीगा, तो वो एकदम सुनदियां नाल उन्हें तौण इस तरीके नाल मारी, तो कहंदा है कि जिहड़ा वो कहंदा भी गुस्ताखी हुई है। उन्हें उच्ची सारी क्या भी गुस्ताखी है, ठीक नहीं। उन्होंने दोबारा फिर वही आयत पढ़ी, बिल्कुल ठीक। वो कहंदा दुरुस्त, पर वो कहंदा गल ये है पहला गलत क्यों बोली तू। वो कहिंदे इन्ना क पता करने वास्ते जिन्ना अगे बोलन लगा कन भी है ने उन्होंने। ऐसा ना हो जो मर्जी बोलते हैं पता ही ना लगे, एटलीस्ट मैनू भी तो पता लगे भी उन्होंने भी कोई लैवल हैगा। अदरवाइज हुंदा की है कि बंदा कई बार ध्यान भी नहीं देता इस चीज़ बाबत, पर यह है गुरबाणी पूरी सच्ची इहो जी बात वार वार आ रही है। महाराज बयान करते सच नूं सलाम करी, सही नूं पढ़ी, सही नूं गोखी, सही नाल जुड़ी। अज ग्लैमराइज्ड वर्ल्ड दे विच रह रहे हैं, धर्म वड्डे लैवल ते विखावे का नाम बन गया है। इहदा लिटरेसी के लैवल ते देखोगे तो बहुत मतलब अमूढ़ता का इंतहा हो गई है। जिस खिते दे विच, सॉरी टू से गुरबाणी की बात हो कर रहे हैं, जिस एग्जाम्पल के तौर पर बात करदा, मैं ना काफ़ी साल पहला की गल आ, इंडिया गया सी विजिट करने वास्ते। तो उत्थे जिदन पहले दिन ही जा गया तो टीवी चल रहा सीगा। टीवी के उत्ते सवेरे सवेरे एक प्रोग्राम चल रहा, एक शख्स है उन्होंने कहते हैं भी इहदी कोई सिक्स सेंस काम करती, मुड़ के तो टीवी तो ला लू दिता, कुछ मसले मुसले पै गया उस चक्कर वो बाद तीसरी आँख पता नहीं कुछ इस तरीके उन्होंने कह रहे थे। खैर जी, तो वो बैठा तो एक शख्स वो सामने खड़ा होया वो ऑडियंस के विचों, तो वो कहता है जी हिंदी जी बोल रहे बाबा जी भी डिप्रैशन बहुत है, ऐसे है वैसे है, गल्लां कीआं ने। हुण असीं भी रोज़ डिप्रैशन एंगजाइटी अवॉइड इत्थे सुन रहे हैं मैंटल हैल्थ दे विच। मेरा थोड़ा उन्हें ध्यान जिहड़ा हैगा बाय कर लिया। मैं कहा भी लेट्स सी डिप्रैशन में किस तरह ट्रीट करता है, क्योंकि कहते तीसरा नेत्र, तीसरी आँख खुलदी दी इस तरीके नाल हैगा। उन्हें सुनिया, सुन के वो कहंदा अच्छा मेरे कुछ अंदर आ रहा है कि क्रिकेट का की मसला है तेरा। वो कहंदा जी क्रिकेट का तो कोई मसला नहीं गा, ना मैं खेडदा आ, ना मैं वेखदा आ, ना कुछ। कहंदा ओ बस हुण पता लग गया मसला की है। कहंदे की मसला है? कहंदे मसला है तू क्रिकेट नहीं वेखदा, तू क्रिकेट वेख्या कर। वो मैं हैरान, मैं क्या हद हुई भी, दसो ये किहड़ी बात हो गई। फिर कल्ला ये नहीं गा, वो कहंदा तू क्रिकेट वेख्या कर, जो ना वो मतलब चौके ते छक्के लगाउंदे हैगे ने उदों उच्ची उच्ची रौला पाया कर, ताड़ियां मारिया कर, चीखां मारिया कर, फिर तेरा डिप्रैशन भज जाएगा। चलो जी, आई वाज शॉक्ड। मैं क्या मेन स्ट्रीम के चैनल के उत्ते एडे मतलब जो नामवर वो उत्ते बैठा आ शख्स ये बोल रहा है, तो जे वो हालत है सोसाइटी क्यों ना करकेगी। ये है धर्म के नाम के उत्ते, रब के नाम के उत्ते जो मतलब जिस रूप दे कूड़ कबाड़ सब चीज़ां गुरु महाराज ने उस चीज़ मतलब उस समय दे विच कहा कि भाई कल्ला गुरु कहण नाल गुरु नहीं गा, गुर कहण नाल गुर नहीं गा, पूरे गुर ते वडियाई पाई जिहड़ा कंप्लीट इंस्टीट्यूशन है उहदे नाल जुड़ी जाके। तो गुरु साहब ने वार वार कहा भी है, महाराज कहते देख जदों कोई चीज़ खरीद करनी हो ना, खरीदो फरोख्त,
ਆਖਰਕਾਰ ਤਾਂ ਅਸੀਂ ਜੀਵਨ ਵਿੱਚ ਕੁਝ ਧਾਰਨ ਕਰਨ ਵਾਸਤੇ ਬਾਏ ਕਰਨ ਦੀ ਤਰ੍ਹਾਂ ਹੀ ਹੈ ਸਾਰਾ ਕੁਛ। ਕਿਤੇ ਤੁਸੀਂ ਡਾਇਰੈਕਟਲੀ ਆਪਣਾ ਸਿਰਫ ਮਨੀ ਪੇ ਕਰਦੇ ਹੋ, ਕਿਤੇ ਤੁਸੀਂ ਆਪਣੀ ਆਸਥਾ ਪੇ ਕਰਦੇ ਹੋ, ਭਾਵਨਾ ਪੇ ਕਰਦੇ ਹੋ, ਤੁਸੀਂ ਆਪਣਾ ਡਿਵੋਸ਼ਨ, ਉਸ ਰੂਪ ਉਹ ਐਕਸਰਸਾਈਜ਼ ਕਰਦੇ ਹੋ ਕਿਸੇ ਦੇ ਨਾਲ, ਕਿਸੇ ਦੇ ਡਿਸਾਈਪਲ ਬਣ ਕੇ ਉਸ ਤਰੀਕੇ ਨਾਲ। ਤੇ ਮਹਾਰਾਜ ਨੇ ਕਿਹਾ ਸੁਣ ਮੁੰਦੇ ਹਰ ਨਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿੰਜਾਣ ਕੈ, ਪਹਿਲਾਂ ਪਹਿਚਾਨੀ ਕਿ ਇਹ ਵਰਥ ਵੀ ਹੈ ਇੱਥੇ ਇੰਨੇ ਡਿਵੋਸ਼ਨਲ ਵੇ ਨਾਲ ਆਪਣੇ ਆਪ ਨੂੰ ਜਿਹੜਾ ਹੈਗਾ ਜੋੜਨਾ। ਜੇ ਵਰਥ ਹੈ ਤੇ ਫਿਰ ਇਹ ਵੀ ਸੱਚਾਈ ਹੈ। ਮਹਾਰਾਜ ਨੇ ਬਿਆਨ ਕੀਤਾ ਕਿ ਚੇਤੇ ਰੱਖ ਕਿ ਜਿਸ ਪਿਆਰੇ ਸਿਓ ਨੇਹ ਤਿਸ ਆਗੇ ਮਰ ਚੱਲੀਏ। ਜਿਹਦੇ ਨਾਲ ਨੇਹ ਹੋ ਜੇ ਨਾ ਉਹਦੇ ਅੱਗੇ ਫਿਰ ਆਪਣੇ ਆਪ ਨੂੰ ਭੇਟਾ ਕਰ ਦੀਦਾ, ਫਿਰ ਉਹਦੇ ਸਾਹਮਣੇ ਕੁਰਬਾਨ ਹੀ ਕਰ ਦੀਦਾ। ਪਰ ਹੋਏ ਉਦੋਂ ਜਦੋਂ ਉਹ ਉਸ ਲੈਵਲ ਤੇ ਤੈਨੂੰ ਅਹਿਸਾਸ ਹੋਏ ਕਿ ਇਹ ਡਿਜ਼ਰਵ, ਇੱਥੇ ਇਹ ਚੀਜ਼ ਵਰਥ ਹੈ ਇਸ ਰੂਪ ਦੇ ਵਿੱਚ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ। ਫਿਰ ਇਹ ਗੁਰੂ ਦੀ ਖਾਸੀਅਤ ਵੀ ਹੁੰਦੀ ਹੈ। ਅੱਜ ਦੇ ਪ੍ਰੋਸਪੈਕਟਿਵ ਵਿੱਚ ਗੱਲ ਕਰੀਏ ਤੇ ਜਿਵੇਂ ਸਪੋਜ਼ ਕਰੋ ਜਿਹੜਾ ਟੀਚਰ ਆ ਚੰਗਾ, ਉਹ ਟੀਚਰ ਇਹ ਨਹੀਂ ਵੇਖਦਾ ਵੀ ਬੱਚਾ ਕਿੰਨਾ ਕਾਬਲ ਆ, ਕਿਸ ਰੂਪ ਦੇ ਵਿੱਚ ਆ। ਫਿਰ ਟੀਚਰ ਦੀ ਜੌਬ ਕੀ ਹੋਈ? ਟੀਚਰ ਕੋਲ ਬੱਚਾ ਆ ਗਿਆ, ਟੀਚਰ ਦੀ ਜੌਬ ਬਸ ਹੁਣ ਇਹ ਹੈ ਵੀ ਹੁਣ ਇਹਨੂੰ ਕਾਬਲ ਬਣਾਉਣਾ ਮੈਂ, ਹੁਣ ਉਹਦੀ ਜੌਬ ਆ, ਹੁਣ ਉਹ ਕਿਸੇ ਹੋਰ ਦੀ ਨਹੀਂ। ਕਿਉਂਕਿ ਉਹ ਹੁਣ ਇਹੀ ਤੇ ਇੰਸਟੀਟਿਊਸ਼ਨ ਦੀ ਸਮਰੱਥਾ ਆ। ਜਿੱਥੇ ਅਸੀਂ ਜਾ ਕੇ ਦੇਖਦੇ ਹਾਂ ਤੇ ਗੁਰੂ ਕਹਿੰਦਾ ਤੂੰ ਮੇਰੇ ਕੋਲ ਇੱਕ ਵਾਰੀ ਆ ਸਹੀ, ਫਿਰ ਤੈਨੂੰ ਦੇਖ ਇਹ ਗੁਰੂ ਦੀ ਕਰਾਮਾਤ ਹੈ। ਇਹਨੂੰ ਹੀ ਅਸੀਂ ਕਹਿੰਦੇ ਹਾਂ ਕਿ ਇਹ ਪਾਰਸ ਕਲਾ ਆ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਦਲਿਆ ਜਿਨ੍ਹਾਂ ਦੀ ਪੋਸੀਬਿਲਿਟੀ ਕੋਈ ਨਹੀਂ ਸੀਗੀ। ਲੋਕ ਕਹਿੰਦੇ ਨਹੀਂ ਇਹ ਨਹੀਂ ਹੋ ਸਕਦੇ। ਮੈਂ ਕੌਡੇ ਦੀ ਗੱਲ ਕਰਦੇ ਹਾਂ, ਸਮਾਂ ਨਹੀਂ, ਅਦਰਵਾਈਜ਼ ਵੀ ਕੈਨ ਗੋ ਥਰੂ ਦ ਹੋਲ ਸਾਖੀ, ਹਾਊ ਗੁਰੂ ਮਹਾਰਾਜ actually made a big time transformation in human being which people can say it's not possible at all। ਉਸ ਨੂੰ ਵੀ ਜਿਹੜਾ ਹੈਗਾ ਉਸ ਲੈਵਲ ਤੇ ਪੋਸੀਬਲ ਦਿਖਾਇਆ। ਇੱਥੇ ਬਚਨ ਆਇਆ ਸਾਹਿਬ ਕਹਿੰਦੇ ਅਚਿੰਤ ਨਾਮ ਵਸਿਆ ਮਨ ਆਈ, ਬਿਨਾਂ ਸੋਚਿਆ ਬਿਨਾਂ ਚਿੰਤਾ ਕੀਤੇ ਇੱਕ ਉਥਾਨ ਹੋ ਗਿਆ, ਇੱਕ ਅਪਲਿਫਟਿੰਗ ਹੋ ਗਈ। ਫਿਰ ਇਕੱਲਾ ਇਹ ਨਹੀਂ ਗਾ ਹਉਮੈ ਮਾਇਆ ਸ਼ਬਦ ਜਲਾਈ। ਸਾਡੀਆਂ ਦੋ ਹੀ ਦੁਸ਼ਮਣ ਨੇ ਸਾਡੇ ਵੱਡੇ, ਇੱਕ ਤੇ ਇਲੂਜਨ ਜਿਹਨੂੰ ਅਸੀਂ ਮਾਇਆ ਕਹਿੰਦੇ ਆ, ਬੰਦਾ ਭਰਮ ਵਿੱਚ ਆ। ਦੂਸਰਾ ਈਗੋ, ਅਹੰਕਾਰ। ਬੰਦੇ ਨੂੰ ਬਸ ਇਹੀ ਮਾਰੀ ਜਾ ਰਹੀ ਹੈ ਚੀਜ਼ ਕਿ ਮੀ ਐਂਡ ਮਾਈ ਸੈਲਫ ਇਜ਼ ਰਾਈਟ। ਬਸ ਇਸੇ ਚੀਜ਼ ਉੱਤੇ ਬੰਦਾ ਜਿਹੜਾ ਹੈਗਾ ਉਹ ਆਲੇ ਦੁਆਲੇ ਸਾਰੇ ਨੂੰ ਕੰਪੇਅਰ ਇਹਦੇ ਨਾਲ ਕਰੀ ਜਾ ਰਿਹਾ। ਗੁਰੂ ਇਹਨਾਂ ਦੋਨਾਂ ਦਾ ਇਲਾਜ ਕਰ ਦਿੰਦਾ, ਕੱਢ ਦਿੰਦਾ ਵਿੱਚੋਂ, ਮਾਇਆ ਵੀ ਤੇ ਹਉਮੈ ਵੀ। ਇਸ ਕਰਕੇ ਕਿਆ ਹਉਮੈ ਮਾਇਆ ਸ਼ਬਦ ਜਲਾਈ, ਤੇ ਸ਼ਬਦ ਦਾ ਭਾਂਬੜ ਮੱਚਦਾ। ਤੇ ਸ਼ਬਦ ਤੁਹਾਨੂੰ ਜਿਹੜਾ ਹੈਗਾ ਇਲਿਟਰੇਸ਼ਨ ਤੋਂ ਲਿਟਰਸੀ ਦੇ ਲੈਵਲ ਤੇ ਲੈ ਕੇ ਆਉਂਦਾ ਆ। ਦਰ ਸਾਚਾ ਗੁਰ ਤੇ ਸੋਭਾ ਪਾਈ। ਪਰ ਇਹ ਪੋਸੀਬਲ ਵੀ ਉਦੋਂ ਹੀ ਹੋਇਆ ਜਦੋਂ ਸੱਚੇ ਗੁਰੂ ਦੇ ਦਰ ਤੇ ਇਸ ਸੋਭਨੀਕ ਹਾਲਤ ਨੂੰ ਪ੍ਰਾਪਤ ਕਰਨ ਵਾਸਤੇ ਕਿਸੇ ਨੇ ਰਸਾਈ ਕੀਤੀ, ਕਿਸੇ ਨੇ ਪਹੁੰਚ ਕੀਤੀ, ਕਿਸੇ ਨੇ ਅਪੀਲ ਕੀਤੀ। ਰੈਸਟ ਆਫ ਸ਼ਬਦ ਜਿਹੜਾ ਹੈ ਇਸੇ ਡਾਇਰੈਕਸ਼ਨ ਵਿੱਚ ਜਾ ਰਿਹਾ ਆ, ਜਿਹਦੀ ਵਿਵੇਚਨਾ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਪਤ ਆ। ਢਾਡੀ ਵੀਰ ਆ ਗਏ ਨੇ, ਅਗਲੀ ਸੇਵਾ ਉਹ ਤੁਹਾਡੀ ਕਰਨਗੇ। ਮੈਨੂੰ ਇੱਥੇ ਇਜਾਜ਼ਤ ਦੇਣੀ, ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦਿਆਂ ਹੋਇਆ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।